ਸਵਾਗਤ ਹੈ ਬੇਟੇ ਅੱਜ ਦੀ ਇਸ ਹਿਸਟਰੀ ਕਲਾਸ ਦੇ ਵਿੱਚ ਸਾਰਿਆਂ ਦਾ। ਪਿਛਲੀ ਵੀਡੀਓ ਦੇ ਵਿੱਚ ਬੇਟੇ ਆਪਾਂ ਪੜ੍ਹਿਆ ਸੀ 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਹਾਲਤ ਪੋਲੀਟੀਕਲ ਕੰਡੀਸ਼ਨ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੋਸ਼ਲ ਕੰਡੀਸ਼ਨ ਯਾਨੀ ਕਿ ਸਮਾਜਿਕ ਹਾਲਤ ਜਿਹੜੀ ਹੈ ਪੰਜਾਬ ਦੀ 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਉਸ ਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲੇ ਉਸ ਵੇਲੇ ਜਿਹੜਾ ਸਮਾਜ ਸੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਮੁਸਲਿਮ ਸਮਾਜ ਹੈ, ਦੂਸਰਾ ਹਿੰਦੂ ਸਮਾਜ ਹੈ। ਦੋਨਾਂ ਧਰਮਾਂ ਦੇ ਵਿੱਚ ਆਪਸੀ ਤਾਲਮੇਲ ਦੀ ਕਮੀ ਸੀ ਔਰ ਇੱਕ ਦੂਜੇ ਨਾਲ ਬੜੀ ਈਰਖਾ ਔਰ ਦਵੇਸ਼ ਦੀ ਭਾਵਨਾ ਸੀ, ਕਿਉਂਕਿ ਇਸਲਾਮ ਜਿਹੜਾ ਹੈ ਮੁਸਲਿਮ ਸਮਾਜ ਉਸ ਵੇਲੇ ਰਾਜਾ ਲੋਕ ਸੀ, ਰਾਜ ਵਰਗ ਸੀ, ਇਸ ਕਰਕੇ ਉਹਨਾਂ ਨੂੰ ਬੜੀਆਂ ਸਹੂਲਤਾਂ ਸਮਾਜ ਦੇ ਵਿੱਚ ਮਾਨ ਸਨਮਾਨ ਪ੍ਰਾਪਤ ਸੀ। ਔਰ ਹਿੰਦੂ ਸਮਾਜ ਸ਼ੋਸ਼ਿਤ ਸਮਾਜ ਸੀ, ਉਹਨਾਂ 'ਤੇ ਰਾਜ ਹੋ ਰਿਹਾ ਸੀ, ਉਹਨਾਂ 'ਤੇ ਅਤਿਆਚਾਰ ਹੋ ਰਹੇ ਸੀ, ਇਸ ਕਰਕੇ ਉਹਨਾਂ ਦੀ ਬੜੀ ਮਾੜੀ ਹਾਲਤ ਸੀ। ਤਾਂ ਪਹਿਲੇ ਆਪਾਂ ਹਿੰਦੂ ਸਮਾਜ ਯਾਨੀ ਸੋਸ਼ਲ ਕੰਡੀਸ਼ਨ ਆਫ ਹਿੰਦੂਜ਼ ਬਾਰੇ ਪੜ੍ਹਦੇ ਹਾਂ। ਹਿੰਦੂਆਂ ਦਾ ਸਮਾਜ ਵਿੱਚ ਬੜੀ ਬੁਰੀ ਹੈਸੀਅਤ ਸੀ। ਸਮਾਜ ਵਿੱਚ ਉਹਨਾਂ ਨੂੰ ਜਿੰਮੀ ਵੀ ਕਹਿੰਦੇ ਸਨ। ਜਿੰਮੀ ਉਹ ਲੋਕ ਹੁੰਦੇ ਨੇ ਜੋ ਇਸਲਾਮ ਦਾ ਹਿੱਸਾ ਨਹੀਂ ਹੁੰਦੇ। ਇਸ ਤੋਂ ਇਲਾਵਾ ਧਰਮ ਦਾ ਜਜ਼ੀਆ ਟੈਕਸ ਹਿੰਦੂਆਂ ਨੂੰ ਅਦਾ ਕਰਨਾ ਪੈਂਦਾ ਸੀ। ਅਗਰ ਕਿਸੇ ਵੀ ਹਿੰਦੂ ਨੇ ਕਿਧਰੇ ਧਾਰਮਿਕ ਯਾਤਰਾ 'ਤੇ ਜਾਣਾ ਹੈ ਤਾਂ ਉਸਨੂੰ ਜਜ਼ੀਆ ਕਰ ਜਿਹੜਾ ਹੈ ਉਹ ਅਦਾ ਕਰਨਾ ਪੈਂਦਾ ਸੀ। ਜਿੰਨੇ ਵੀ ਮੁਸਲਮਾਨ ਸੁਲਤਾਨ ਹੋਏ ਉਹ ਸਾਰੇ ਹੀ ਹਿੰਦੂਆਂ ਦਾ ਕਤਲੇਆਮ ਕਰਨ ਵਿੱਚ ਬੜਾ ਆਦੀ ਸ਼ਾਨ ਜਿਹੜੀ ਹੈ ਉਹ ਸਮਝਦੇ ਸੀ ਔਰ ਸਾਰਿਆਂ ਨੂੰ ਹੀ ਧਰਮ ਬਦਲਣ ਲਈ ਕਿਹਾ ਜਾਂਦਾ ਸੀ। ਜਿਹੜਾ ਹਿੰਦੂ ਧਰਮ ਬਦਲਣ ਲਈ ਤਿਆਰ ਹੋ ਜਾਂਦਾ ਸੀ ਉਹ ਠੀਕ ਹੈ, ਜਿਹੜਾ ਧਰਮ ਬਦਲਣ ਤੋਂ ਮਨ੍ਹਾ ਕਰਦਾ ਸੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇਹ ਕਹਿ ਸਕਦੇ ਹਾਂ ਕਿ ਹਿੰਦੂਆਂ ਨੂੰ ਉਸ ਵੇਲੇ ਭੇਡਾਂ ਬੱਕਰੀਆਂ ਦੀ ਤਰ੍ਹਾਂ ਕੱਟਣਾ ਸੁਲਤਾਨਾਂ ਦਾ ਸ਼ੌਂਕ ਹੋਇਆ ਕਰਦਾ ਸੀ। ਇਹ ਤਾਂ ਉਹ ਕਾਰਨ ਸੀ ਜਿਨ੍ਹਾਂ ਕਾਰਨਾਂ ਕਰਕੇ ਹਿੰਦੂ ਸਮਾਜ ਦੀ ਹਾਲਤ ਮਾੜੀ ਸੀ, ਜੋ ਰਾਜ ਵੱਲੋਂ ਉਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਹਿੰਦੂ ਸਮਾਜ ਵਿੱਚ ਬੜੀਆਂ ਅੰਦਰੂਨੀ ਕਮਜ਼ੋਰੀਆਂ ਸਨ, ਜਿਸ ਦੇ ਕਰਕੇ ਉਹਨਾਂ ਦਾ ਜਿਹੜਾ ਇਹ ਸ਼ੋਸ਼ਣ ਜਿਹੜਾ ਕੀਤਾ ਜਾ ਰਿਹਾ ਸੀ ਜਾਂ ਹਾਲਤ ਜਿਹੜੀ ਹੈ ਸਮਾਜਿਕ ਹਿੰਦੂਆਂ ਦੀ ਉਹ ਮਾੜੀ ਸੀ। ਇੰਟਰਨਲ ਵੀਕਨੈਸਿਸ ਆਫ ਹਿੰਦੂ ਸੁਸਾਇਟੀ। ਹੁਣ ਹਿੰਦੂ ਸਮਾਜ ਜਿਹੜਾ ਹੈ ਉਹ ਬੜੀਆਂ ਜਾਤਾਂ ਅਤੇ ਉਪਜਾਤਾਂ ਦੇ ਵਿੱਚ ਵੰਡਿਆ ਗਿਆ ਸੀ। ਕਾਸਟ ਤੇ ਸਬ ਕਾਸਟ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜਿਨ੍ਹਾਂ ਦੇ ਵਿੱਚ ਮੋਟੇ ਰੂਪ 'ਚ ਆਪਾਂ ਗੱਲ ਕਰਾਂਗੇ ਬ੍ਰਾਹਮਣ ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਬ੍ਰਾਹਮਣ, ਛਤਰੀਏ, ਵੈਸ਼ ਤੇ ਸ਼ੂਦਰ ਇਹ ਮੋਟੇ ਕਾਸਟ ਸੀਗੀਆਂ ਹਿੰਦੂ ਸਮਾਜ ਦੀਆਂ। ਹੁਣ ਜਦੋਂ ਹਿੰਦੂ ਰਾਜਿਆਂ ਦਾ ਰਾਜ ਹੋਇਆ ਕਰਦਾ ਸੀ ਉਦੋਂ ਬ੍ਰਾਹਮਣਾਂ ਨੂੰ ਬੜਾ ਮਾਨ ਸਨਮਾਨ ਮਿਲਦਾ ਸੀ। ਬ੍ਰਾਹਮਣ ਗੁਰੂ ਸੀ, ਰਾਜਿਆਂ ਦੇ ਉਹ ਗੁਰੂ ਸੀ। ਰਾਜੇ ਬ੍ਰਾਹਮਣਾਂ ਕੋਲੋਂ ਸ਼ਿਕਸ਼ਿਤ ਹੁੰਦੇ ਸੀ, ਸਿੱਖਿਆ ਗ੍ਰਹਿਣ ਕਰਦੇ ਸੀ, ਇਸ ਕਰਕੇ ਉਹਨਾਂ ਨੂੰ ਗੁਰੂ ਦਾ ਦਰਜਾ ਔਰ ਮਾਨ ਸਨਮਾਨ ਮਿਲਦਾ ਸੀ। ਬ੍ਰਾਹਮਣ ਜੋ ਕਹਿੰਦੇ ਸੀ ਉਹ ਹੁੰਦਾ ਸੀ। ਲੇਕਿਨ ਮੁਸਲਮਾਨਾਂ ਦਾ ਰਾਜ ਆਉਣ ਤੋਂ ਬਾਅਦ ਬ੍ਰਾਹਮਣਾਂ ਦਾ ਹਾਲ ਜਿਹੜਾ ਹੈ ਉਹ ਮਾੜਾ ਹੋ ਗਿਆ। ਹੁਣ ਬੜੇ ਬ੍ਰਾਹਮਣਾਂ ਨੇ ਜਿਹੜਾ ਹੈ ਹਜੇ ਵੀ ਪੜ੍ਹਾਉਣ ਦਾ ਕੰਮ ਤਾਂ ਕਰਦੇ ਸੀ, ਲੇਕਿਨ ਨਾਲ ਹੀ ਜੋਤਿਸ਼ ਦਾ ਕੰਮ ਵੀ ਉਹ ਵੀ ਸਟਾਰਟ ਕਰ ਲਿਆ, ਉਹ ਕਰਨ ਲੱਗ ਪਏ। ਔਰ ਕਈ ਜਿਹੜੇ ਬ੍ਰਾਹਮਣ ਨੇ ਉਹ ਵੈਦਗਿਰੀ ਦਵਾਈਆਂ ਦਾ ਕੰਮ ਕਰਨ ਲੱਗ ਪਏ, ਆਯੁਰਵੈਦਿਕ ਦਵਾਈਆਂ ਦਾ ਕੰਮ ਜਿਹੜਾ ਹੈ ਉਹ ਕਰਨ ਲੱਗ ਪਏ। ਹੁਣ ਇੱਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿਉਂਕਿ ਬ੍ਰਾਹਮਣਾਂ ਦੀ ਜਿਹੜੀ ਆਰਥਿਕ ਸਥਿਤੀ ਸੀ ਉਹ ਬੜੀ ਮਾੜੀ ਹੋ ਗਈ ਔਰ ਆਪਦੀਆਂ ਇਹਨਾਂ ਕਮਜ਼ੋਰੀਆਂ ਦੇ ਕਰਕੇ ਬ੍ਰਾਹਮਣਾਂ ਨੇ ਲੋਕਾਂ ਨੂੰ ਵੀ ਵਹਿਮਾਂ ਭਰਮਾਂ 'ਚ ਪਾਉਣਾ ਸ਼ੁਰੂ ਕਰ ਦਿੱਤਾ, ਮਿਸਗਾਈਡ ਕਰਨਾ ਸ਼ੁਰੂ ਕਰ ਦਿੱਤਾ। ਤਾਂ ਬ੍ਰਾਹਮਣ ਹਿੰਦੂ ਸਮਾਜ ਦੇ ਗਾਈਡ ਦੇ ਰੋਲ ਵਿੱਚ ਰਹੇ ਪਹਿਲਾਂ, ਲੇਕਿਨ ਹੁਣ ਉਹ ਸਮਾਜ ਨੂੰ ਮਿਸਗਾਈਡ ਕਰਨ ਲੱਗ ਪਏ, ਗਲਤ ਰਾਹ 'ਤੇ ਪਾ ਦਿੱਤਾ, ਕਿਉਂਕਿ ਆਪਦੀ ਸਵਾਰਥ ਸਿੱਧੀ ਖੋਖਲੇ ਰੀਤੀ ਰਿਵਾਜ਼ਾਂ ਦੇ ਵਿੱਚ ਲੋਕਾਂ ਨੂੰ ਫਸਾਉਣ ਲੱਗ ਪਏ ਔਰ ਉਹਨਾਂ ਤੋਂ ਦਕਸ਼ਿਣਾ ਯਾਨੀ ਪੈਸਾ ਇਕੱਠਾ ਕਰਨ ਲੱਗ ਪਏ। ਤਾਂ ਇਹ ਇੱਕ ਕਾਰਨ ਸੀ। ਦੂਸਰੀ ਜਿਹੜੀ ਜਾਤ ਹੈ ਉਹ ਖੱਤਰੀ ਜਿਹੜੇ ਛਤਰੀਏ ਯਾਨੀ ਰਾਜੇ, ਹੁਣ ਉਹਨਾਂ ਨੇ ਵੀ ਜ਼ਿਆਦਾਤਰ ਵਪਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਪਹਿਲੇ ਯੁੱਧ ਕਰਦੇ ਰਹੇ, ਕੁਛ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ, ਕੁਛ ਨੌਕਰੀ, ਕੁਛ ਦੁਕਾਨਦਾਰੀ ਦਾ ਕੰਮ ਕਰਨ ਲੱਗ ਪਏ। ਇਸ ਤੋਂ ਇਲਾਵਾ ਵੈਸ਼ ਤਾਂ ਪਹਿਲਾਂ ਹੀ ਵਪਾਰ ਦਾ ਕੰਮ ਕਰਦੇ ਸੀ, ਹੁਣ ਵੀ ਉਹਨਾਂ ਦਾ ਕੰਮ ਵਪਾਰ ਕਰਨਾ ਹੀ ਸੀ, ਲੇਕਿਨ ਉਹਨਾਂ 'ਚ ਵੀ ਕਈ ਬੁਰਾਈਆਂ ਆ ਗਈਆਂ। ਰਾਜਪੂਤ, ਬਾਅਦ ਵਿੱਚ ਜਿਹੜੇ ਰਾਜਪੂਤ ਸੀ ਉਹ ਮੁਸਲਮਾਨ ਰਾਜਿਆਂ ਤੋਂ ਹਾਰ ਗਏ, ਤਾਂ ਹੁਣ ਉਹਨਾਂ ਨੇ ਵੀ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਇੱਕ ਜੱਟ ਕੌਮ ਹਿੰਦੂ ਸਮਾਜ 'ਚ ਹੋਇਆ ਕਰਦੀ ਸੀ, ਖੇਤੀਬਾੜੀ ਮੇਨ ਉਹਨਾਂ ਦਾ ਕੰਮ ਸੀ, ਬੜੇ ਮਿਹਨਤੀ ਸੀ ਔਰ ਮਿਹਨਤ ਨਾਲ ਆਦੀ ਜਿਹੜੀ ਕਮਾਈ ਹੈ ਉਹ ਕਰਦੇ ਸੀ। ਅਣਖੀਲੇ ਸੁਭਾਅ ਦੇ
ਔਰ ਕਿਸੇ ਅਤਿਆਚਾਰੀ ਦੀ ਵਧੀਕੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਸਨ ਕਰਦੇ। ਅੱਗੇ ਵੀ ਕਈ ਉਪਜਾਤੀਆਂ 'ਚ ਜੱਟਾਂ ਨੂੰ ਵੰਡਿਆ ਗਿਆ ਹੈ, ਲੇਕਿਨ ਸੁਭਾਅ ਲਗਭਗ ਸਾਰਿਆਂ ਦਾ ਇੱਕੋ ਵਰਗਾ ਸੀ। ਇਸ ਤੋਂ ਇਲਾਵਾ ਹੋਰ ਵੀ ਜਾਤਾਂ ਉਸ ਵੇਲੇ ਪੰਜਾਬ ਦੇ ਸਮਾਜ ਵਿੱਚ ਸੀ, ਜਿਨ੍ਹਾਂ ਸੁਨਿਆਰੇ, ਜੁਲਾਹੇ, ਲੁਹਾਰ, ਤਰਖਾਣ, ਨਾਈ, ਦਰਜੀ, ਇਹ ਸਾਰੇ ਆਪਦਾ ਆਪਦਾ ਕੰਮ ਕਰਦੇ ਸੀ, ਲੇਕਿਨ ਇਹਨਾਂ ਨੂੰ ਸਮਾਜ ਵਿੱਚ ਉੱਚਾ ਦਰਜਾ ਹਾਸਲ ਨਹੀਂ ਸੀ। ਹਿੰਦੂ ਸਮਾਜ ਦੀ ਵੀ ਗੱਲ ਕਰ ਰਹੇ ਹਾਂ, ਯਾਨੀ ਹਿੰਦੂ ਸਮਾਜ ਪਹਿਲਾਂ ਤੋਂ ਤੰਗ ਸੀ, ਲੇਕਿਨ ਜਿਹੜੀ ਇੰਟਰਨਲ ਕਾਸਟ ਸਿਸਟਮ ਸੀ ਹਿੰਦੂ ਸਮਾਜ ਦਾ, ਉਹਦੇ ਵਿੱਚ ਵੀ ਇੱਕ ਲੈਵਲ ਸੀ ਅਲੱਗ-ਅਲੱਗ ਸਨਮਾਨ ਦਾ ਸਾਰਿਆਂ ਦਾ। ਸ਼ੂਦਰ ਜਿਹੜਾ ਸਭ ਤੋਂ ਲੋਅਰ ਕਾਸਟ ਉਸ ਟਾਈਮ 'ਤੇ ਗਿਣਿਆ ਗਿਆ ਸਮਾਜ ਦੇ ਵਿੱਚ, ਉਹਨਾਂ ਦਾ ਹਾਲ ਸਿਰਫ ਸੇਵਾ ਕਰਨ ਦਾ ਸੀ। ਬਹੁਤ ਅਧਿਕਾਰ ਆਪਾਂ ਕਹੀਏ ਉਹਨਾਂ ਨੂੰ ਕੋਈ ਨਹੀਂ ਸੀ, ਔਰ ਡਿਊਟੀ ਸਾਰੀਆਂ ਦੀਆਂ ਸਾਰੀਆਂ ਉਹਨਾਂ ਦੀਆਂ ਹੀ ਸਨ। ਗਰੀਬੀ ਤੋਂ ਬੜੇ ਤੰਗ ਹੁੰਦੇ ਸੀ, ਨਾ ਘਰ-ਬਾਰ ਹੁੰਦਾ ਸੀ, ਨਾ ਹੀ ਕੋਈ ਪੈਸਾ ਉਹਨਾਂ ਕੋਲੇ ਹੁੰਦਾ ਸੀ। ਕੋਈ ਵੀ ਗੱਲ ਹੋਵੇ ਤਾਂ ਸਭ ਤੋਂ ਜ਼ਿਆਦਾ ਸਜ਼ਾ ਜਿਹੜੀ ਹੈ, ਸਮਾਜਿਕ ਅਨਿਆਂ ਦਾ ਜਿਹੜਾ ਸ਼ਿਕਾਰ ਸੀ, ਉਹ ਇਹ ਸ਼ੂਦਰ ਲੋਕ ਹਿੰਦੂ ਸਮਾਜ ਦੇ ਵਿੱਚ ਉਸ ਵੇਲੇ ਸਨ। ਤੀਸਰਾ ਜਿਹੜੀ ਮੇਨ ਗੱਲ ਆਪਾਂ ਗੱਲ ਕਰਾਂਗੇ ਹਿੰਦੂ ਸਮਾਜ ਦੇ ਵਿੱਚ, ਉਹ ਸੀ ਅੰਧ ਵਿਸ਼ਵਾਸੀ ਅਤੇ ਖੋਖਲੇ ਰੀਤੀ ਰਿਵਾਜ਼। ਹੁਣ ਹਿੰਦੂ ਸਮਾਜ ਬਹੁਤ ਜ਼ਿਆਦਾ ਅੰਧ ਵਿਸ਼ਵਾਸੀ ਸੀ, ਸੁਪਰਸਟੀਸ਼ੀਅਸ ਸੀ। ਖੋਖਲੇ ਰੀਤੀ ਰਿਵਾਜ਼ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਸੀ, ਜਿਨ੍ਹਾਂ 'ਚ ਆਪਾਂ ਜਾਦੂ ਟੋਣੇ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਾਦੂ ਟੋਣਾ ਦੇ ਵਿੱਚ ਵਿਸ਼ਵਾਸ ਕਰਨਾ, ਯਾਨੀ ਝੂਠੀਆਂ ਗੱਲਾਂ, ਬਿਨਾਂ ਕੁਛ ਕੀਤੇ ਕੁਛ ਪ੍ਰਾਪਤ ਹੋ ਜਾਵੇ, ਐਸਾ। ਜਿਵੇਂ ਨਾਂ ਸੰਸਕਾਰ ਕਰਨਾ, ਬੱਚਾ ਪੈਦਾ ਹੋਇਆ, ਮੁੰਡਨ ਸੰਸਕਾਰ ਕਰਨਾ, ਜਨੇਊ ਧਾਰਨ ਕਰਨਾ, ਔਰ ਇਹ ਸਾਰੀ ਚੀਜ਼ ਦੇ ਵਿੱਚ ਇੱਕ ਪੁਰੋਹਿਤਵਾਦ ਦਾ ਹੁੰਦਾ ਸੀ। ਜਿਵੇਂ ਆਪਾਂ ਪਹਿਲਾਂ ਬ੍ਰਾਹਮਣਾਂ ਦੇ ਕਿੱਤੇ ਦੀ ਗੱਲ ਕੀਤੀ ਹੈ, ਪੁਰੋਹਿਤ ਜਿਹੜੇ ਸੀ ਉਹ ਲੋਕਾਂ ਨੂੰ ਮਿਸਗਾਈਡ ਹੁਣ ਕਰ ਰਹੇ ਸਨ। ਤਾਂ ਇਹ ਸਾਰੀਆਂ ਇਹ ਜਿਹੜੇ ਰੀਤੀ ਰਿਵਾਜ਼ ਸੀ, ਉਹ ਸਮਾਜ ਦੀ ਜਿਹੜੀ ਸੋਚ ਹੈ ਹੌਲੀ ਹੌਲੀ ਉਸ ਨੂੰ ਖਤਮ ਕਰਦੇ ਜਾ ਰਹੇ ਸਨ। ਇਸ ਤੋਂ ਜਿਹੜੀ ਅਗਲੀ ਗੱਲ ਆਪਾਂ ਕਰਾਂਗੇ ਹਿੰਦੂ ਸਮਾਜ ਦੇ ਵਿੱਚ ਇਸਤਰੀਆਂ ਦੀ ਸਥਿਤੀ ਦੀ। ਇਸਤਰੀਆਂ ਦੀ ਹਾਲਤ ਬੇਹੱਦ ਤਰਸਯੋਗ ਸੀ, ਮਾੜੀ ਸੀ। ਸਾਰੀ ਉਮਰ ਮਰਦਾਂ ਦੇ ਕੰਟਰੋਲ ਵਿੱਚ ਇਸਤਰੀਆਂ ਜਿਹੜੀਆਂ ਸੀ ਉਹ ਰਹਿੰਦੀਆਂ ਸੀ, ਯਾਨੀ ਪੈਦਾ ਹੋਈਆਂ ਤਾਂ ਪਿਤਾ ਦੇ ਕੰਟਰੋਲ ਵਿੱਚ, ਸ਼ਾਦੀ ਹੋ ਗਈ ਤਾਂ ਪਤੀ ਦੇ ਕੰਟਰੋਲ ਵਿੱਚ, ਔਰ ਅਗਰ ਬਾਅਦ ਵਿੱਚ ਔਲਾਦ ਹੋ ਗਈ ਤਾਂ ਫਿਰ ਪੁੱਤਰ ਦੇ ਕੰਟਰੋਲ ਵਿੱਚ। ਆਰਥਿਕ ਤੌਰ 'ਤੇ ਉਹ ਪੁਰਸ਼ਾਂ 'ਤੇ ਨਿਰਭਰ ਕਰਦੀਆਂ ਸਨ, ਕਿਉਂਕਿ ਉਹ ਆਪਦਾ ਤਾਂ ਕੋਈ ਕੰਮ ਧੰਦਾ ਕਰ ਨਹੀਂ ਸੀ ਸਕਦੀਆਂ। ਘਰੋਂ ਬਾਹਰ ਜਾਣਾ ਵੀ ਉਹਨਾਂ ਦਾ ਜਾਇਜ਼ ਨਹੀਂ ਸੀ ਮੰਨਿਆ ਜਾਂਦਾ। ਕਿਸੇ ਬਾਹਰ ਵਾਲੇ ਦੇ ਅੱਗੇ ਆ ਕੇ ਕੋਈ ਰਹਿ ਰੱਖਣਾ, ਕੋਈ ਗੱਲਬਾਤ ਕਰਨਾ ਵੀ ਚੰਗਾ ਨਹੀਂ ਸੀ ਸਮਝਿਆ ਜਾਂਦਾ। ਤਾਂ ਆਰਥਿਕ ਤੌਰ 'ਤੇ ਉਹ ਪੁਰਸ਼ਾਂ 'ਤੇ ਪੂਰਨ ਤੌਰ 'ਤੇ ਨਿਰਭਰ ਹੋਇਆ ਕਰਦੀਆਂ ਸਨ। ਘਰ ਦੀ ਚਾਰ ਦੀਵਾਰੀ 'ਚ ਕੈਦ ਰਹਿਣਾ ਹੀ ਉਹਨਾਂ ਦੀ ਕਿਸਮਤ ਸੀ, ਕਿਸਮਤ ਵਿੱਚ ਲਿਖਿਆ ਸੀ, ਐਸਾ ਉਹਨਾਂ ਨੇ ਮੰਨ ਲਿਆ ਸੀ। ਸਿੱਖਿਆ ਦਾ ਤਾਂ ਕੋਈ ਪ੍ਰਬੰਧ ਨਾਂ ਦੀ ਚੀਜ਼ ਹੀ ਨਹੀਂ ਸੀ। ਬਹੁਤ ਰੇਅਰ ਕੋਈ ਐਸੀ ਉਦਾਹਰਣ ਆਪਾਂ ਨੂੰ ਮਿਲ ਸਕਦੀ ਹੈ ਜਦੋਂ ਸਮਾਜ ਵਿੱਚ ਇਸਤਰੀਆਂ ਦੀ ਸਿੱਖਿਆ ਦਾ ਕੋਈ ਪ੍ਰਬੰਧ ਹੋਵੇ। ਐਸਾ ਚੰਗਾ ਨਹੀਂ ਸੀ ਮੰਨਿਆ ਜਾਂਦਾ ਕਿ ਔਰਤ ਨੂੰ ਪੜ੍ਹਾਉਣਾ, ਲੜਕੀਆਂ ਨੂੰ ਪੜ੍ਹਾਉਣਾ ਐਸਾ ਸ਼ੁਭ ਨਹੀਂ ਸੀ। ਉਸ ਟਾਈਮ ਦੇ ਵਿੱਚ ਸਮਾਜ ਦੀ ਐਸੀ ਸੋਚ ਸੀ। ਸਮਾਜ ਵਿੱਚ ਕੋਈ ਸੁਤੰਤਰ ਸਥਾਨ ਔਰਤਾਂ ਦਾ ਨਹੀਂ ਹੋਇਆ ਕਰਦਾ ਸੀ। ਹਰ ਗੱਲ 'ਚ ਉਹ ਆਪਦੇ ਪਤੀ 'ਤੇ, ਪਿਤਾ 'ਤੇ ਜਾਂ ਭਰਾ 'ਤੇ, ਪਰਿਵਾਰ 'ਤੇ ਨਿਰਭਰ ਰਹਿੰਦੀਆਂ ਸਨ। ਤਾਂ ਇਸ ਤਰ੍ਹਾਂ ਦੀ ਔਰਤਾਂ ਦੀ ਜਿਹੜੀ ਹਾਲਤ ਹੈ ਉਹ ਸੀ। ਕੁਰੀਤੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਨ। ਜਿਵੇਂ ਪਰਦਾ ਪ੍ਰਥਾ ਦੀ ਆਪਾਂ ਗੱਲ ਕਰੀਏ ਤਾਂ ਪਰਦੇ ਦਾ ਰਿਵਾਜ ਸੀ। ਇਹਦੇ ਵਿੱਚ ਇਸਲਾਮ ਦੀ ਵੀ ਗੱਲ ਨਾਲ ਹੀ ਹੈ ਕਿ ਬਈ ਪਰਦਾ, ਜਿਹੜੀਆਂ ਮੁਸਲਮਾਨ ਔਰਤਾਂ ਸੀ ਉਹ ਬੁਰਕੇ ਦੇ ਵਿੱਚ ਰਹਿੰਦੀਆਂ ਸੀ ਬਚਪਨ ਤੋਂ, ਛੋਟੀ ਜਿਹੀ ਉਮਰ, ਬਚਪਨ ਤੋਂ ਤਾਂ ਨਹੀਂ ਕਹਾਂਗਾ, ਥੋੜ੍ਹਾ ਜਿਹਾ ਉਸ ਤੋਂ ਬਾਅਦ ਪਰਦਾ ਯਾਨੀ ਬੁਰਕਾ ਇਸਲਾਮ ਦੇ ਵਿੱਚ ਔਰ ਹਿੰਦੂਆਂ ਦੇ ਵਿੱਚ ਪਰਦਾ ਪ੍ਰਥਾ। ਔਰ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਪਰਦਾ ਪ੍ਰਥਾ ਇਸਲਾਮ ਦੇ ਭਾਰਤ ਵਿੱਚ ਆਉਣ ਤੋਂ ਬਾਅਦ ਹਿੰਦੂਆਂ ਦੇ ਵਿੱਚ ਆਈ। ਲੇਕਿਨ ਖੈਰ ਜੋ ਵੀ ਸੀ, ਹਿੰਦੂ ਔਰਤਾਂ ਵੀ ਪਰਦਾ ਕਰਦੀਆਂ ਸਨ, ਲੇਕਿਨ ਕੁਆਰੀਆਂ ਲੜਕੀਆਂ ਨਹੀਂ ਸਨ ਕਰਦੀਆਂ, ਸ਼ਾਦੀशुदा ਲੜਕੀਆਂ ਕਰਦੀਆਂ ਸਨ। ਯਾਨੀ ਪਰਿਵਾਰ ਦੇ ਵਿੱਚ ਜਿਹੜੇ ਵਡੇਰੇ ਹੋਇਆ ਕਰਦੇ ਸਨ, ਬਜ਼ੁਰਗ, ਯਾਨੀ ਅਗਰ ਵਿਆਹ ਕੇ ਲੜਕੀ ਕਿਸੇ ਸਹੁਰੇ ਘਰ ਗਈ ਹੈ ਹੁਣ, ਤਾਂ ਉਸਦਾ ਜਿਹੜਾ ਜੇਠ ਹੈ, ਉਸਦਾ ਜਿਹੜਾ ਸਹੁਰਾ ਹੈ, ਉਹ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ, ਮਰਦ ਮੈਂਬਰ ਨੇ, ਉਹਨਾਂ ਤੋਂ ਪਰਦਾ ਕਰਦੀ ਸੀ। ਤਾਂ ਪਰਦੇ ਦੇ ਵਿੱਚ ਨੈਚੁਰਲ ਹੈ ਕਿ ਆਪਾਂ ਸਮਝ ਸਕਦੇ ਹਾਂ ਕਿੰਨਾ ਕਿਸੇ ਲੜਕੀ ਦਾ, ਜਦੋਂ ਅਸੀਂ ਦੇਖਣਾ ਹੀ ਨਹੀਂ ਬਾਹਰ ਦੇ ਕਿਸੇ ਸਿਸਟਮ ਨੂੰ, ਤਾਂ ਪਰਦੇ ਦੇ ਵਿੱਚ ਵਿਕਾਸ ਕਰਨਾ, ਸਰੀਰਕ ਔਰ ਮਾਨਸਿਕ ਵਿਕਾਸ 'ਤੇ ਅਸਰ ਪੈਂਦਾ ਹੀ ਸੀ। ਸਤੀ ਪ੍ਰਥਾ ਇੱਕ ਹੋਰ ਕੁਪ੍ਰਥਾ ਔਰਤਾਂ ਦੇ ਨਾਲ ਜੁੜੀ ਹੋਈ ਸੀ। ਪਤੀ ਦੇ ਨਾਲ ਜ਼ਿੰਦਾ ਸਾੜ ਦੇਣਾ। ਪਤੀ ਅਗਰ ਮਰ ਗਿਆ ਹੈ ਤਾਂ ਉਸਦੇ ਨਾਲ, ਉਸ ਦੇ ਸ਼ਵ ਦੇ ਨਾਲ ਜ਼ਿੰਦਾ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ। ਇਸ ਦੇ ਵੀ ਅੱਗੇ ਕਈ ਪ੍ਰਕਾਰ ਸੀ। ਕਈ ਵਾਰੀ ਇਸ ਨੂੰ ਸਮਾਜ ਵਿੱਚ ਆਪਦੀ ਇੱਜ਼ਤ ਦਾ ਕਹਿ ਲਓ ਸਿੰਬਲ ਮੰਨਿਆ ਜਾਂਦਾ ਸੀ ਕਿ ਬਈ ਧੱਕੇ ਨਾਲ ਵੀ ਉਸਦੇ ਰਿਸ਼ਤੇਦਾਰ ਉਸ ਨੂੰ ਸਾੜ ਦਿੰਦੇ ਸੀ। ਕਈ ਔਰਤਾਂ ਖਾਨਦਾਨ ਦੀ ਸ਼ਾਨੋ ਸ਼ੌਕਤ ਲਈ। ਦਾਜ ਪ੍ਰਥਾ ਇੱਕ ਹੋਰ ਸਮੱਸਿਆ ਸੀ। ਸ਼ਾਦੀ ਵੇਲੇ ਖਾਸਾ ਦਾਜ ਜਿਹੜਾ ਹੈ ਲੜਕੀ ਪੱਖ ਨੂੰ, ਲੜਕੇ ਪੱਖ ਨੂੰ ਦੇਣਾ ਪੈਂਦਾ ਸੀ। ਜੰਮਦਿਆਂ ਕੁੜੀਆਂ ਨੂੰ ਮਾਰਨਾ ਇੱਕ ਹੋਰ ਕੁਰੀਤੀ ਹਿੰਦੂ ਸਮਾਜ ਦੇ ਵਿੱਚ ਸੀ।
ਜੰਮਦਿਆਂ ਹੀ ਉਸ ਨੂੰ ਮਾਰ ਦੇਣਾ, ਅਫੀਮ ਦੇ ਦੇਣਾ ਜਾਂ ਕੋਈ ਹੋਰ ਉਹਨਾਂ ਦਾ ਗਲਾ ਘੁੱਟ ਦੇਣਾ, ਕਿਉਂਕਿ ਲੜਕੀਆਂ ਨੂੰ ਜ਼ਿੰਮੇਦਾਰੀ ਸਮਝਿਆ ਜਾਂਦਾ ਸੀ। ਤਾਂ ਇਸ ਤਰ੍ਹਾਂ ਔਰਤਾਂ ਦੀ ਜਿਹੜੀ ਹਾਲਤ ਹੈ ਉਸ ਵੇਲੇ ਪੰਜਾਬ ਦੇ ਹਿੰਦੂ ਸਮਾਜ ਵਿੱਚ ਬਹੁਤ ਮਾੜੀ ਕਹੀ ਜਾ ਸਕਦੀ ਹੈ। ਤਾਂ ਇਸ ਤੋਂ ਇਲਾਵਾ ਹੋਰ ਸਮਾਜਿਕ ਹਾਲਤ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਉਹ ਭੋਜਨ ਦੀ ਹੈ। ਫੂਡ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀ ਲੋਕਾਂ ਦਾ ਉਸ ਟਾਈਮ 'ਤੇ। ਤਾਂ ਆਮ ਲੋਕਾਂ ਦਾ ਭੋਜਨ ਜਿਹੜਾ ਹੈ ਉਹ ਸਾਦਾ ਹੋਇਆ ਕਰਦਾ ਸੀ। ਦਾਲ ਚਾਵਲ ਕਣਕ ਸਬਜ਼ੀਆਂ ਇਹ ਆਮ ਜਨਤਾ ਦਾ ਭੋਜਨ ਸੀ। ਅਮੀਰ ਜਿਹੜੇ ਸੀ ਉਹਨਾਂ ਦਾ ਭੋਜਨ ਪੂਰੀਆਂ, ਦੁੱਧ, ਮੱਖਣ, ਘਿਓ, ਪਨੀਰ, ਫਲ, ਸੁਆਦੀ ਮਸਾਲੇਦਾਰ ਭੋਜਨ ਜਿਹੜਾ ਉਹ ਕਰਦੇ ਸੀ। ਖੂਬ ਪਾਰਟੀਆਂ ਉਹਨਾਂ ਦੀਆਂ ਹੁੰਦੀਆਂ ਸੀ। ਅਮੀਰ ਲੋਕਾਂ ਦੀ ਗੱਲ ਹੈ ਕਿੱਥੇ ਮੈਂ ਕਰ ਰਿਹਾ। ਮਾਸ ਦੀ ਵਰਤੋਂ ਜਿਹੜੇ ਹਿੰਦੂ ਹੈ ਉਹ ਜ਼ਿਆਦਾ ਨਹੀਂ ਸਨ ਕਰਦੇ। ਐਸਾ ਨਹੀਂ ਹੈ ਕਿ ਕਰਦੇ ਨਹੀਂ ਸਨ, ਲੇਕਿਨ ਜ਼ਿਆਦਾਤਰ ਹਿੰਦੂ ਮਾਸ ਦੀ ਵਰਤੋਂ ਨਹੀਂ ਕਰਦੇ ਸਨ। ਭੰਗ, ਅਫੀਮ, ਸ਼ਰਾਬ ਦੀ ਵਰਤੋਂ ਵੀ ਜ਼ਿਆਦਾਤਰ ਹਿੰਦੂ ਨਹੀਂ ਕਰਦੇ ਸੀ, ਲੇਕਿਨ ਉਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ। ਪਾਨ ਸੁਪਾਰੀ ਦਾ ਰਿਵਾਜ਼ ਮੁਸਲਮਾਨਾਂ ਦੇ ਭਾਰਤ ਵਿੱਚ ਆਉਣ ਨਾਲ ਸ਼ੁਰੂ ਹੋ ਗਿਆ ਸੀ, ਲੇਕਿਨ ਇਹ ਹਿੰਦੂ ਵੀ ਹੁਣ ਕਰਨ ਲੱਗ ਪਏ ਸਨ। ਇਸ ਨੂੰ ਸ਼ੌਂਕ ਦੇ ਰੂਪ 'ਚ ਵੀ ਦੇਖਿਆ ਜਾਂਦਾ ਸੀ। ਰਸੋਈ ਦੀ ਪਵਿੱਤਰਤਾ ਦਾ ਖਿਆਲ ਹਿੰਦੂ ਖਾਸ ਤੌਰ 'ਤੇ ਰੱਖਦੇ ਸਨ। ਮਨ ਪਰਚਾਵੇ ਦੀ ਅਗਰ ਆਪਾਂ ਗੱਲ ਕਰਾਂਗੇ ਹਿੰਦੂ ਸੁਸਾਇਟੀ ਦੇ ਵਿੱਚ, ਤਾਂ ਅਮਿਊਜ਼ਮੈਂਟਸ, ਘੋੜਦੌੜ, ਪੋਲੋ ਯਾਨੀ ਘੋੜੇ 'ਤੇ ਬਹਿ ਕੇ ਉਹ ਹਾਕੀ ਤਰ੍ਹਾਂ ਖੇਡਣਾ, ਸ਼ਿਕਾਰ ਕਰਨ ਜਾਣਾ, ਨਾਚ ਗਾਣਾ, ਨੌਟੰਕੀ ਵਗੈਰਾ, ਸ਼ਤਰੰਜ ਬੈਠ ਕੇ ਜਿਹੜੀ ਗੇਮ ਖੇਡੀ ਜਾ ਸਕੇ, ਚੌਪੜ, ਇਸ ਤਰ੍ਹਾਂ ਦੀਆਂ ਜਿਹੜੀਆਂ ਗੇਮ ਸੀ ਉਹ ਹਿੰਦੂ ਲੋਕ ਜਿਹੜੇ ਸੀ ਉਹਦੇ ਨਾਲ ਮਨ ਪਰਚਾਵਾ ਦਾ ਕਰ ਲਿਆ ਕਰਦੇ ਸਨ। ਇਹ ਉਸ ਵੇਲੇ ਸਮਾਜ ਦਾ ਇੱਕ ਹਿੱਸਾ ਸੀ। ਪਹਿਰਾਵਾ, ਡਰੈਸ ਦੀ ਗੱਲ ਕਰੀਏ, ਆਪਾਂ ਕੱਪੜਿਆਂ ਦੀ ਗੱਲ ਕਰੀਏ ਤਾਂ ਆਮ ਲੋਕ ਸੂਤੀ ਕੱਪੜੇ ਪਹਿਨਿਆ ਕਰਦੇ ਸਨ। ਅਮੀਰ ਲੋਕ ਜਿਹੜੇ ਸੀ ਉਹ ਰੇਸ਼ਮੀ ਕੱਪੜੇ ਪਾਉਂਦੇ ਸਨ। ਮਰਦ ਜਿਹੜੇ ਸੀ ਉਹ ਧੋਤੀ ਕੁਰਤਾ ਔਰ ਉੱਪਰ ਜਿਹੜੀ ਸਿਰ 'ਤੇ ਪਗੜੀ ਵੀ ਜਿਹੜੀ ਹੈ ਉਹ ਪਾਇਆ ਕਰਦੇ ਸਨ। ਔਰਤਾਂ ਸਲਵਾਰ ਕਮੀਜ਼, ਦੁਪੱਟਾ, ਲਹਿੰਗਾ, ਇਸ ਤਰ੍ਹਾਂ ਦੇ ਕੱਪੜੇ ਜਿਹੜੀਆਂ ਔਰਤਾਂ ਹੈ ਹਿੰਦੂ ਸਮਾਜ ਦੇ ਵਿੱਚ ਉਹ ਪਹਿਨਦੀਆਂ ਸਨ। ਤਾਂ ਇਹ ਓਵਰਆਲ ਆਪਾਂ ਗੱਲ ਕਰਾਂਗੇ ਕਿ ਹਿੰਦੂ ਸਮਾਜ ਦਾ ਜੋ ਇੱਕ ਹਾਲਤ ਸੀ ਉਸ ਵੇਲੇ 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਹਿੰਦੂ ਸਮਾਜ ਦਾ ਇਹ ਇੱਕ ਪੱਖ ਹੈ। ਦੂਸਰਾ ਆਪਾਂ ਗੱਲ ਕਰਾਂਗੇ ਹੁਣ ਇਸਲਾਮ ਯਾਨੀ ਸੋਸ਼ਲ ਕੰਡੀਸ਼ਨ ਆਫ ਮੁਸਲਿਮਸ, ਜਿਹੜੇ ਮੁਸਲਮਾਨ ਸੀ ਉਸ ਵੇਲੇ 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਿੱਚ, ਉਹਨਾਂ ਦੀ ਸਮਾਜਿਕ ਹਾਲਤ ਕੈਸੀ ਸੀ। ਉਹਦੇ ਵਿੱਚ 3 ਵਰਗਾਂ ਦੇ ਵਿੱਚ ਮੋਟੇ ਰੂਪ 'ਚ ਸਮਾਜ ਦੇ ਵਿੱਚ ਜਿਹੜਾ ਇਸਲਾਮ ਸਮਾਜ ਹੈ ਉਹ ਵੰਡਿਆ ਹੋਇਆ ਸੀ। ਉਹਦੇ 'ਚ ਉੱਚ ਵਰਗ ਹੈ, ਦੂਜਾ ਮੱਧ ਵਰਗ ਔਰ ਤੀਸਰਾ ਨੀਵਾਂ ਵਰਗ ਹੈ। ਸਭ ਤੋਂ ਪਹਿਲੇ ਅਗਰ ਆਪਾਂ ਉੱਚ ਵਰਗ ਦੀ ਗੱਲ ਕਰੀਏ ਤਾਂ ਉੱਚ ਵਰਗ 'ਚ ਹੁਣ ਕੌਣ ਆਉਂਦੇ ਸੀ। ਉਹਨਾਂ 'ਚ ਸ਼ੇਖ ਸੀ, ਮੌਲਵੀ ਸੀ, ਅਮੀਰ, ਕਾਜ਼ੀ, ਵੱਡੇ ਵੱਡੇ ਜਾਗੀਰਦਾਰ, ਅਕਤਾਦਾਰ, ਉਲਮਾ, ਸੈਯਦ, ਇਹ ਸਾਰੇ ਉਹ ਲੋਕ ਸੀ ਜਿਹੜੇ ਉੱਚ ਸ਼੍ਰੇਣੀ ਦੇ ਵਿੱਚ ਆਉਂਦੇ ਸੀ, ਜਾਂ ਅਮੀਰ ਸ਼੍ਰੇਣੀ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਆਉਂਦੇ ਸੀ। ਅਕਤਾ ਯਾਨੀ ਜਿਨ੍ਹਾਂ ਨੂੰ ਇਲਾਕਾ ਮਿਲਿਆ ਹੁੰਦਾ ਸੀ। ਜਾਗੀਰਦਾਰ ਵੀ ਤੁਸੀਂ ਇੱਕ ਤਰ੍ਹਾਂ ਦੀ ਭਾਸ਼ਾ 'ਚ ਉਹਨਾਂ ਨੂੰ ਕਹਿ ਸਕਦੇ ਹੋ। ਐਸ਼ ਭਰਿਆ ਉਹਨਾਂ ਦਾ ਜੀਵਨ ਸੀ। ਰਾਜਾ ਕੋਈ ਵੀ ਕੰਮ ਕਰਦਾ ਸੀ, ਕਿਸੇ ਹੋਰ ਇਲਾਕੇ 'ਤੇ ਹਮਲਾ ਕਰਦਾ ਸੀ, ਉਸ ਦੀ ਕੋਈ ਵੀ ਯੋਜਨਾ ਹੁੰਦੀ ਸੀ, ਉਹਦੇ ਵਿੱਚ ਇਹ ਸਾਰੇ ਲੋਕ ਰਾਜੇ ਦੀ ਮਦਦ ਕਰਦੇ ਸੀ। ਭੋਗ ਵਿਲਾਸ ਔਰ ਐਸ਼ ਵਾਲਾ ਜੀਵਨ ਜਿਹੜਾ ਸੀ ਉਹ ਇਹਨਾਂ ਦਾ ਸੀ। ਵੱਡੇ ਵੱਡੇ ਮਹਿਲ, ਹਵੇਲੀਆਂ ਦੇ ਵਿੱਚ ਇਹਨਾਂ ਦਾ ਰਹਿਣਾ, ਸੁੰਦਰ ਕੱਪੜੇ ਇਹਨਾਂ ਨੇ ਪਾਉਣੇ, ਵਧੀਆ ਮਕਾਨ ਔਰ ਸਵਾਦੀ ਭੋਜਨ, ਜਸ਼ਨਾਂ ਵਾਲਾ ਜੀਵਨ ਔਰ ਸ਼ਰਾਬ ਦੀ ਖੂਬ ਵਰਤੋਂ, ਨਸ਼ਿਆਂ ਦੀ ਖੂਬ ਵਰਤੋਂ। ਔਰ ਇਹਨਾਂ ਜਿਹੜੇ ਵੱਡੇ ਵੱਡੇ ਸਰਦਾਰ ਸੀ ਇਹਨਾਂ ਦੀਆਂ ਕਈ ਪਤਨੀਆਂ ਹੋਇਆ ਕਰਦੀਆਂ ਸਨ, ਕਈ ਨਿਕਾਹ ਇਹਨਾਂ ਦੇ ਹੋਇਆ ਕਰਦੇ ਸਨ। ਇਹਨਾਂ ਨੂੰ ਕਈ ਖਿਤਾਬ ਵੀ ਮਿਲਦੇ ਸਨ, ਸਿਪਾਹ ਸਾਲਾਰ, ਮਲਕ, ਅਮੀਰ, ਕਈ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਅਹੁਦੇ ਆਪਾਂ ਕਹਿ ਸਕਦੇ ਇਹਨਾਂ ਨੂੰ ਮਿਲਦੇ ਸੀ। ਉਲਮਾ ਤੇ ਜਿਹੜੇ ਸੈਯਦ ਨੇ ਉਹ ਵੀ ਇਸਲਾਮ ਦੇ ਵਿੱਚ ਜਿਹੜਾ ਗੁਰੂ ਆਪਾਂ ਕਹਿ ਸਕਦੇ ਹਾਂ, ਪੁਜਾਰੀ ਵਰਗ ਸੀ ਇਸਲਾਮ ਦਾ, ਇਹ ਜਿਨ੍ਹਾਂ ਦੀ ਗੱਲ ਰਾਜੇ ਜਿਹੜੇ ਸੀ ਉਹ ਬੜੇ ਸਤਿਕਾਰ ਨਾਲ ਮੰਨਦੇ ਸੀ, ਕਿਉਂਕਿ ਜਿਹੜੇ ਉਲਮਾ ਲੋਕ ਸੀ ਉਹਨਾਂ ਦਾ ਲੋਕਾਂ ਨਾਲ ਸਿੱਧਾ ਰਾਬਤਾ ਸੀ, ਧਾਰਮਿਕ ਪ੍ਰਭਾਵ ਸੀ, ਔਰ ਇਹ ਰਾਜੇ ਦੇ ਖਿਲਾਫ ਲੋਕਾਂ ਨੂੰ ਭੜਕਾ ਸਕਦੇ ਸੀ ਜਾਂ ਲੋਕਾਂ ਦੇ ਖਿਲਾਫ ਰਾਜੇ ਨੂੰ ਵੀ ਇਹ ਭੜਕਾ ਦਿਆ ਕਰਦੇ ਸਨ। ਇਸਤਰੀਆਂ ਜਿਹੜੀਆਂ ਇਹਨਾਂ ਦੀਆਂ ਪਾਲਕੀਆਂ ਦੇ ਵਿੱਚ ਆਇਆ ਜਾਇਆ ਕਰਦੀਆਂ ਸਨ। ਦੂਸਰਾ ਆਪਾਂ ਮੱਧ ਵਰਗ ਦੀ ਗੱਲ ਅਗਰ ਕਰੀਏ ਮੁਸਲਮਾਨਾਂ ਦੇ ਵਿੱਚ, ਉਹਨਾਂ ਦੇ ਵਿੱਚ ਕਿਸਾਨ ਜਿਹੜੇ ਸੀ, ਛੋਟੇ ਸਰਕਾਰੀ ਅਫਸਰ, ਵਪਾਰੀ, ਸਿਪਾਹੀ, ਕਲਰਕ, ਇਹ ਲੋਕ ਜਿਹੜੇ ਸੀ ਉਹ ਸ਼ਾਮਲ ਸੀ।
ਇਹਨਾਂ ਦਾ ਜੀਵਨ ਠੀਕ ਠਾਕ ਹੁੰਦਾ ਸੀ, ਖਾਣ ਪੀਣ ਅੱਛਾ ਸੀ, ਅੱਛੇ ਕੱਪੜੇ ਪਹਿਨਦੇ ਸੀ, ਰਹਿਣ ਲਈ ਵਧੀਆ ਘਰ ਇਹਨਾਂ ਕੋਲੇ ਉਪਲਬਧ ਸੀ, ਲੇਕਿਨ ਇਹਨਾਂ ਦਾ ਜੀਵਨ ਐਸ਼ ਪ੍ਰਸਤੀ ਵਾਲਾ ਨਹੀਂ ਸੀ। ਬਹੁਤ ਜ਼ਿਆਦਾ ਐਸ਼ ਪ੍ਰਸਤੀ ਵਾਲਾ ਜੀਵਨ ਨਹੀਂ ਸੀ। ਚੰਗਾ ਖਾਂਦੇ, ਚੰਗਾ ਹੰਡਾਉਂਦੇ ਸਨ। ਮੁਸਲਮਾਨ ਸਮਾਜ ਜਿਹੜਾ ਸੀ ਉਹਦੇ ਵਿੱਚ ਸ਼ੇਖ ਪੀਰ ਔਰ ਜਿਹੜੇ ਸ਼ੇਖਜ਼ਾਦੇ ਇਹਨਾਂ ਦਾ ਬੜਾ ਆਦਰ ਸੀ, ਔਰ ਸੂਫੀਆਂ ਦਾ ਵੀ ਬੜਾ ਆਦਰ ਇਸਲਾਮ ਸਮਾਜ ਦੇ ਵਿੱਚ ਹੋਇਆ ਕਰਦਾ ਸੀ। ਹਿੰਦੂ ਵੀ ਜਿਹੜੇ ਸੀ ਉਹ ਸੂਫੀ ਜਿਹੜੇ ਫਕੀਰ ਹੋਇਆ ਕਰਦੇ ਸਨ, ਮੁਸਲਮਾਨ ਉਹਨਾਂ ਦਾ ਬੜਾ ਆਦਰ ਜਿਹੜਾ ਹੈ ਉਹ ਕਰਦੇ ਸਨ। ਇਸ ਤੋਂ ਇਲਾਵਾ ਅਗਲੀ ਹੇਠਲੀ ਸ਼੍ਰੇਣੀ ਇਸਲਾਮ ਦੇ ਵਿੱਚ ਜਿਹੜਾ ਨੀਵਾਂ ਵਰਗ ਸੀ, ਉਹਦੇ ਵਿੱਚ ਦਾਸ, ਘਰੇਲੂ ਨੌਕਰ, ਮਜ਼ਦੂਰ ਲੋਕ, ਇਹ ਜਿਹੜੇ ਲੋਕ ਸੀ ਉਹ ਸ਼ਾਮਲ ਸੀ। ਇਹਨਾਂ ਦਾ ਜੀਵਨ ਬੜਾ ਮੁਸ਼ਕਲ ਹਾਲਾਤਾਂ ਵਾਲਾ ਹੋਇਆ ਕਰਦਾ ਸੀ। ਜਿਹੜੇ ਅਮੀਰ ਹੋਇਆ ਕਰਦੇ ਸੀ ਇਸਲਾਮ ਦੇ ਵਿੱਚ, ਉਹਨਾਂ ਦੇ ਕੋਲੇ ਦਾਸ ਸੀ, ਇੱਕ ਤਰ੍ਹਾਂ ਨੌਕਰਾਂ ਦਾ ਕੰਮ ਕਰਦੇ ਸੀ, ਔਰ ਕਈ ਦਾਸ ਦਾਸੀਆਂ ਹੋਇਆ ਕਰਦੀਆਂ ਸਨ। ਕਈ ਦਾਸ ਜਿਹੜੇ ਸੀ ਉਹ ਚਤੁਰ ਵੀ ਹੋਇਆ ਕਰਦੇ ਸੀ, ਬਹਾਦਰ ਵੀ ਹੋਇਆ ਕਰਦੇ ਸੀ। ਇਸਲਾਮ ਦੇ ਵਿੱਚ ਐਸੀਆਂ ਕਈ ਉਦਾਹਰਨਾਂ ਨੇ ਜਦੋਂ ਦਾਸਾਂ ਨੇ ਵੀ ਤਰੱਕੀ ਕਰਕੇ ਉੱਚ ਅਹੁਦਿਆਂ 'ਤੇ ਦਾਸ ਜਿਹੜੇ ਨੇ ਉਹ ਪਹੁੰਚ ਗਏ। ਕਈ ਚੰਟ ਚਲਾਕ ਦਾਸ ਵੀ ਹੋਇਆ ਕਰਦੇ ਸਨ, ਔਰ ਉਹ ਆਦਿ ਦਾਸੀ ਤੋਂ ਕਹਿ ਲਓ ਆਜ਼ਾਦ ਹੋ ਕੇ ਸੁਤੰਤਰ ਸਰਕਾਰੀ ਪਦਵੀਆਂ 'ਤੇ ਔਰ ਵੱਡੇ ਯੋਧੇ ਵੀ ਬਣ ਜਾਂਦੇ ਸਨ। ਇਸ ਤੋਂ ਇਲਾਵਾ ਇਸਲਾਮ ਦੇ ਵਿੱਚ ਇਸਤਰੀਆਂ ਦੀ ਸਥਿਤੀ ਪਹਿਲਾਂ ਆਪਾਂ ਗੱਲ ਕੀਤੀ, ਹਿੰਦੂ ਸਮਾਜ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਹੀਂ ਹੈ। ਇਸਲਾਮ ਦੇ ਵਿੱਚ ਵੀ ਜਿਹੜੀ ਇਸਤਰੀਆਂ ਦੀ ਸਥਿਤੀ ਸੀ ਉਹ ਬਹੁਤ ਮਾੜੀ ਸੀ। ਭੋਗੁਲਾਸ ਦੀ ਵਸਤੂ ਜਿਹੜੀ ਹੈ ਉਹ ਇਸਤਰੀਆਂ ਨੂੰ ਸਮਝਿਆ ਜਾਂਦਾ ਸੀ। ਜਿਵੇਂ ਇਸਲਾਮ ਦੀ ਆਪਾਂ ਅੱਗੇ ਗੱਲ ਕੀਤੀ, ਮਰਦ ਜਿਹੜੇ ਸੀ ਉਹ ਕਈ ਨਿਕਾਹ ਯਾਨੀ ਕਿ ਸ਼ਾਦੀਆਂ ਕਰਵਾ ਲੈਂਦੇ ਸਨ। ਇਸ ਤੋਂ ਇਲਾਵਾ ਉਹਨਾਂ ਦੇ ਹਰਮਾਂ ਵਿੱਚ ਕਈ ਇਸਤਰੀਆਂ ਜਿਹੜੀਆਂ ਸੀ, ਅਨੇਕਾਂ ਇਸਤਰੀਆਂ ਕਹਿ ਸਕਦੇ ਹਾਂ, ਹੋਇਆ ਕਰਦੀਆਂ ਸਨ। ਭੋਜਨ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤਾਂ ਮਾਸ ਦੀ ਵਰਤੋਂ ਮੁਸਲਮਾਨ ਬਹੁਤ ਜ਼ਿਆਦਾ ਕਰਦੇ ਸੀ। ਹਿੰਦੂਆਂ ਦੇ ਵਿੱਚ ਆਪਾਂ ਪੜ੍ਹਿਆ ਉਹ ਨਹੀਂ ਕਰਦੇ ਸੀ, ਲੇਕਿਨ ਮੁਸਲਮਾਨ ਖੂਬ ਕਰਦੇ ਸੀ। ਭੇਡ, ਬੱਕਰੀ, ਗਊ ਦਾ ਮਾਸ ਆਮ ਤੌਰ 'ਤੇ ਮੁਸਲਮਾਨ ਜਿਹੜੇ ਸੀ ਉਸ ਦੀ ਵਰਤੋਂ ਜ਼ਿਆਦਾ ਕਰਦੇ ਸੀ। ਸ਼ਰਾਬ ਦੀ ਵਰਤੋਂ ਵੀ ਖੂਬ ਹੋਇਆ ਕਰਦੀ ਸੀ, ਔਰ ਮੁਸਲਮਾਨਾਂ ਦੇ ਵਿੱਚ ਔਰਤਾਂ ਵੀ ਸ਼ਰਾਬ ਜਿਹੜਾ ਹੈ ਉਹ ਪੀਂਦੀਆਂ ਸਨ। ਪਹਿਰਾਵਾ ਜਿਹੜਾ ਅਗਰ ਆਪਾਂ ਇਸਲਾਮ ਦੇ ਵਿੱਚ ਗੱਲ ਕਰੀਏ ਤਾਂ ਮਰਦ ਜਿਹੜਾ ਹੈ ਉਹ ਲੰਬਾ ਕੁਰਤਾ ਪਜਾਮਾ, ਕਮਰਬੰਦ ਨਾਲ ਕਮਰ ਦੇ ਉੱਪਰ ਬੰਨ੍ਹਿਆ ਜਾਣ ਵਾਲਾ ਕੱਪੜਾ, ਅੱਜ ਕੱਲ੍ਹ ਦੀ ਸਾਫਾ ਅਗਰ ਆਪਾਂ ਭਾਸ਼ਾ 'ਚ ਕਹਿ ਲਈਏ ਤਾਂ ਉਹਨੂੰ ਗੰਢ ਮਾਰਨਾ, ਉਸ ਤਰ੍ਹਾਂ ਦਾ ਕਮਰਬੰਦ। ਇਸ ਤੋਂ ਇਲਾਵਾ ਉਲਮਾ ਕਾਜ਼ੀ ਜਿਹੜੇ ਸੀ ਉਹ ਸ਼ੇਰਵਾਨੀ ਪਹਿਨਿਆ ਕਰਦੇ ਸੀ। ਤਾਂ ਇਹ ਪਹਿਰਾਵਾ ਮੁਸਲਮਾਨਾਂ ਦਾ ਸੀ। ਇਹ ਮੁਸਲਮਾਨਾਂ ਦੀ ਆਪਾਂ ਸੋਸ਼ਲ ਕੰਡੀਸ਼ਨ ਬਾਰੇ ਪੜ੍ਹਿਆ, ਲੇਕਿਨ ਅਗਰ ਆਪਾਂ ਇੱਕ ਸਮੁੱਚੇ ਤੌਰ 'ਤੇ ਗੱਲ ਕਰਾਂਗੇ ਤਾਂ ਸਮੁੱਚੇ ਸਮਾਜਿਕ ਜੀਵਨ ਵਿੱਚ ਹੀ ਉਸ ਸਮਾਜ ਦੇ ਵਿੱਚ ਗਿਰਾਵਟ ਆ ਚੁੱਕੀ ਸੀ। ਜੋ ਸਮਾਜਿਕ ਲੈਵਲ ਸੀ ਉਸ ਜ਼ਮਾਨੇ ਦਾ, 16ਵੀਂ ਸ਼ਤਾਬਦੀ ਦੇ ਸ਼ੁਰੂ ਦਾ, ਅਨੈਤਿਕਤਾ ਦਾ, ਝੂਠ ਦਾ, ਫਰੇਬ ਦਾ ਬੋਲਬਾਲਾ ਸੀ। ਧੋਖਾ, ਵਿਲਾਸਤਾ, ਇਸਤਰੀਆਂ ਦੀ ਬੁਰੀ ਹਾਲਤ, ਅੰਧ ਵਿਸ਼ਵਾਸ, ਆਪਸੀ ਵੈਰ ਈਰਖਾ ਧਾਰਮਿਕ ਤੌਰ 'ਤੇ ਵੀ ਬੜੀ ਜ਼ਿਆਦਾ ਸਮਾਜ ਵਿੱਚ ਫੈਲੀ ਹੋਈ ਸੀ। ਜਾਦੂ ਟੋਣਿਆਂ ਦਾ ਬੜਾ ਰਿਵਾਜ ਸੀ। ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ ਕਿ ਜਿਹੜੇ ਰਾਜੇ ਨੇ ਉਹ ਅਨਿਆਸੀ ਧਰਮ ਦਾ ਜਿਹੜਾ ਧਰਮ ਤਾਂ ਖੰਭ ਲਾ ਕੇ ਉੱਡ ਗਿਆ ਸੀ, ਸੱਚਾਈ ਨਾਮ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਸੀ। ਤਾਂ ਇਸ ਸਾਰੇ ਜਿਹੜੇ ਹਾਲਾਤ ਦੇ ਵਿੱਚ ਨੈਚੁਰਲ ਹੈ ਕਿ ਸਮਾਜ 'ਤੇ ਇਹਦਾ ਅਸਰ ਪੈਣਾ ਇੱਕ ਸੁਭਾਵਿਕ ਜੀ ਗੱਲ ਸੀ। ਤਾਂ ਸਾਰਾ ਇਹ ਜਿਹੜਾ ਆਪਾਂ ਪੜ੍ਹਿਆ ਹੈ, ਹਿੰਦੂ ਔਰ ਮੁਸਲਮਾਨ ਸਮਾਜ ਦੋਨਾਂ ਦੀ ਹਾਲਤ ਆਪਾਂ ਮੋਟੇ ਰੂਪ 'ਚ ਕਹੀਏ ਤਾਂ ਮਾੜੀ ਸੀ। ਇਸਲਾਮ ਦਾ ਜੀਵਨ ਪੱਧਰ ਹਿੰਦੂਆਂ ਨਾਲੋਂ ਉੱਚਾ ਸੀ ਕਿਉਂਕਿ ਉਹ ਸ਼ਾਸਕ ਵਰਗ ਸੀ, ਲੇਕਿਨ ਹਿੰਦੂਆਂ 'ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਸੀ। ਇਸ ਕਰਕੇ ਆਪਦੇ ਅੰਦਰੂਨੀ ਕਮਜ਼ੋਰੀਆਂ ਕਰਕੇ ਵੀ ਔਰ ਰਾਜਿਆਂ ਵੱਲੋਂ ਉਹਨਾਂ 'ਤੇ ਜ਼ੁਲਮ ਹੋਣ ਕਰਕੇ ਵੀ ਉਹਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਔਰ ਕਠਿਨ ਜੀਵਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਹੈ ਆਪਣੇ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪੰਜਾਬ ਦੀ ਸਮਾਜਿਕ ਹਾਲਤ, ਸੋਸ਼ਲ ਕੰਡੀਸ਼ਨ। ਤਾਂ ਉਮੀਦ ਕਰਦਾ ਬੇਟੇ ਤੁਹਾਨੂੰ ਸਮਝ ਆ ਗਿਆ ਹੋਵੇ।